अस्सलाम वालेकुम जी, मेरा नाम है ईशा ते अज दी रेसिपी च मैं तुहाडे लेई लैके आई आं आलू अंडे दी रेसिपी। आलू अंडे बनाउण दे विच जेह्ड़े इनग्रीडिएंट्स इस्तेमाल होणगे ओह् तुसीं देख रहे हो। ते उस तो बाद एह् आलू अंडे गर्मियां दी सौगात दपैह्र नूं सालन दे तौर ते या फिर तंदूर दी रोटी होए ते दपैह्र नूं आलू अंडे दी भुजिया होए ते कमाल ही हो जांदा वा। आलू दी पतीली चुल्हे ते रख के असीं ओह्दे विच पा दिन्ने आं ऑयल ते ऑयल जदों थोड़ा जिहा गर्म हो जाऊगा ओह्दे विच पा ਦਾਂਗੇ प्याज ते प्याज नूं असीं हल्का जिहा सौसे कर लाਂगे यानी कि गोल्डन ब्राउन कर लाਂगे बदामी रंग दे ਦਾਂਗੇ क्योंकि फिर प्याज दा कच्चापन खत्म हो जांदा वा ते जेह्ड़े प्याज उत्ते सालन दे नज़र आंदे रैंह्दे आ ओह् भी नहीं रौंह्दे। अच्छा एह् प्याज ਕੀ ਉਹਦਾ ਨਾਮ ਜਿਹੜਾ ਖੁਸ਼ਕ ਸਾਲਨ ਆ ਯਾਨੀ ਕਿ ਜਿੱਦਾਂ ਸਬਜ਼ੀ ਹੁੰਦੀ ਹੈ ਭੁਜੀਆ ਉਹਦੇ ਵਿੱਚ ਤੇ ਥੋੜ੍ਹੇ ਥੋੜ੍ਹੇ ਰਹਿਣ ਵੀ ਤਾਂ ਕੋਈ ਜ਼ਿਆਦਾ ਇਹਦਾ ਮਸਲਾ ਨਹੀਂ ਹੁੰਦਾ। ਅਲਬੱਤਾ ਜਦੋਂ ਸ਼ੋਰਬੇ ਦਾ ਸਾਲਨ ਹੋਵੇ ਉਹਦੇ ਪਿਆਜ਼ ਨੂੰ ਅੱਛੀ ਤਰ੍ਹਾਂ ਗਲਾਉਣਾ ਪੈਂਦਾ ਵਾ ਤਾਂ ਕਿ ਸ਼ੋਰਬੇ ਦੇ ਉੱਪਰ ਫਿਰ ਪਿਆਜ਼ ਆਉਣ 'ਤੇ ਉਹ ਅੱਛੇ ਨਹੀਂ ਲੱਗਦੇ। ਅੱਛਾ ਜੀ ਪਿਆਜ਼ ਜਦੋਂ ਥੋੜ੍ਹੇ ਜਿਹੇ ਗੋਲਡਨ ਬਰਾਊਨ ਹੋ ਗਏ ਸੀ ਅਤੇ ਅਸੀਂ ਉਹਦੇ ਵਿੱਚ ਪਾ ਦਿੱਤੇ ਸੀ ਸਬਜ਼ ਮਿਰਚਾਂ। ਜਦੋਂ ਸਬਜ਼ ਮਿਰਚਾਂ ਥੋੜ੍ਹੀਆਂ ਜਿਹੀਆਂ ਨੂੰ ਹਿਲਾ ਕੇ ਯਾਨੀ ਕਿ ਹਲਕੀਆਂ ਜਿਹੀਆਂ ਫਰਾਈ ਹੋਈਆਂ ਤਾਂ ਉਹਦੇ ਵਿੱਚ ਅਸੀਂ ਪਾ ਦਿੱਤਾ ਵਾ ਲਸਣ ਅਦਰਕ ਦਾ ਪੇਸਟ। ਲਸਣ ਅਦਰਕ ਦਾ ਪੇਸਟ ਜਿੱਥੋਂ ਕੁ ਮੈਂ ਪਾਇਆ ਸੀ ਉੱਥੋਂ ਥੋੜ੍ਹੀ ਮੇਰੀ ਵੀਡੀਓ ਸਕਿਪ ਹੋ ਗਈ ਸੀ। ਅਤੇ ਜਦੋਂ ਲਸਣ ਅਦਰਕ ਥੋੜ੍ਹਾ ਜਿਹਾ ਫਰਾਈ ਹੋਇਆ ਅਤੇ ਅਸੀਂ ਉਹਦੇ ਵਿੱਚ ਪਾ ਦਿੱਤੇ ਟਮਾਟਰ। ਹੁਣ ਟਮਾਟਰ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਜਦੋਂ ਟਮਾਟਰ ਗਲ ਜਾਣਗੇ ਪਾਣੀ ਦਾ ਛੱਟਾ ਲਾਵਾਂਗੇ ਅਤੇ ਮਸਾਲੇ ਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਦੂਸਰੇ ਸਪਾਈਸਿਸ। ਇਹ ਤੁਸੀਂ ਦੇਖ ਰਹੇ ਹੋ ਕਿ ਮਸਾਲਾ ਤਿਆਰ ਹੋ ਰਿਹਾ। ਬੇਸ਼ੱਕ ਖੁਸ਼ਕ ਸਾਲਨ ਹੋਵੇ ਜਾਂ ਸ਼ੋਰਬੇ ਵਾਲਾ ਹੋਵੇ ਮਸਾਲਾ ਜਿੰਨਾ ਚਿਰ ਅੱਛੀ ਤਰ੍ਹਾਂ ਭੁੰਨਿਆ ਨਾ ਹੋਵੇ ਅਤੇ ਉਹ ਅੱਛਾ ਹੀ ਨਹੀਂ ਲੱਗਦਾ ਹੈਗਾ। ਨਾਲੇ ਹੁਣ ਇਹਦੇ ਵਿੱਚ ਪਾ ਦਿੰਦੇ ਸਪਾਈਸ ਸਬਜ਼ ਰੈੱਡ ਮਿਰਚਾਂ ਲਾਲ ਮਿਰਚਾਂ ਅਤੇ ਫਿਰ ਨਮਕ ਅਤੇ ਹਲਦੀ। ਉਹਨੂੰ ਅੱਛੀ ਤਰ੍ਹਾਂ ਇੱਦਾਂ ਭੁੰਨ ਲੈਂਦੇ ਹਾਂ ਪਾਣੀ ਦਾ ਛੱਟਾ ਲਾਵਾਂਗੇ ਫਿਰ ਇਹਨੂੰ ਅੱਛੀ ਤਰ੍ਹਾਂ ਭੁਨਾਈ ਕਰਾਂਗੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਕੇ ਆਲੂ ਭੁੰਨਾਂਗੇ ਯਾਨੀ ਕਿ ਆਲੂ ਅੰਡੇ ਵਾਲੇ ਆਲੂ ਜਿਹੜੇ ਉਹਦੇ ਵਿੱਚ ਪਾ ਕੇ ਅਸੀਂ ਭੁੰਨ ਲਵਾਂਗੇ। ਆਲੂ ਅੰਡੇ ਸਰਦੀਆਂ ਦੀ ਹੀ ਨਹੀਂ ਗਰਮੀਆਂ ਦੀ ਵੀ ਬਹੁਤ ਅੱਛੀ ਸੁਗਾਤ ਹੈ ਜਾਂ ਗਰਮੀਆਂ ਦੀ ਹੀ ਨਹੀਂ ਸਰਦੀਆਂ ਨੂੰ ਵੀ ਬਹੁਤ ਅੱਛੀ ਤਰ੍ਹਾਂ ਅੱਛੀ ਤਰ੍ਹਾਂ ਨਹੀਂ ਬਹੁਤ ਸ਼ੌਕ ਦੇ ਨਾਲ ਲੋਕ ਖਾਂਦੇ ਆ। ਬੱਚੇ ਵੀ ਬਹੁਤ ਸ਼ੌਕ ਦੇ ਨਾਲ ਖਾਂਦੇ। ਆਲੂ ਵੈਸੇ ਹੀ ਬੱਚਿਆਂ ਦੀ ਬੜੀ ਫੇਵਰੇਟ ਚੀਜ਼ ਹੁੰਦੀ ਹੈ ਅਤੇ ਜੇ ਆਲੂ ਅੰਡੇ ਦਾ ਸਾਲਨ ਬੱਚਿਆਂ ਨੂੰ ਰੋਟੀ ਦੇ ਨਾਲ ਦਿੱਤਾ ਜਾਵੇ ਤਾਂ ਬੜੇ ਹੀ ਸ਼ੌਕ ਦੇ ਨਾਲ ਖਾ ਲੈਂਦੇ ਆ। ਸਰਦੀਆਂ ਵਾ ਆਲੂ ਅੰਡੇ ਨਾ ਵੀ ਹੁਣ ਅੰਡਿਆਂ ਦਾ ਇਸਤੇਮਾਲ ਵੈਸੇ ਵੀ ਬਹੁਤ ਜ਼ਿਆਦਾ ਹੁੰਦਾ ਵਾ ਕਿਉਂਕਿ ਸਰਦੀ ਆ ਬੱਚਿਆਂ ਵਾਸਤੇ ਬਹੁਤ ਇਸਤੇਮਾਲ ਅੱਛੇ ਆ ਅਤੇ ਛੋਟਿਆਂ ਵਾਸਤੇ ਵੀ ਬਹੁਤ ਅੱਛੇ ਆ। ਹਰ ਬੰਦੇ ਨੂੰ ਡੇਲੀ ਤਕਰੀਬਨ ਇੱਕ ਅੰਡਾ ਲਾਜ਼ਮੀ ਹੀ ਖਾਣਾ ਚਾਹੀਦਾ। ਅੰਡਾ ਇੱਕ ਮੁਕੰਮਲ ਗਜ਼ਾ ਹੈ ਇਸ ਲਈ। ਅੱਛਾ ਆ ਤੁਸੀਂ ਦੇਖ ਰਹੇ ਹੋ ਕਿ ਮਸਾਲਾ ਅੱਛੀ ਤਰ੍ਹਾਂ ਭੁੰਨ ਹੋ ਰਿਹਾ ਵਾ ਅਤੇ ਇਹ ਜਦੋਂ ਅੱਛੀ ਤਰ੍ਹਾਂ ਭੁੰਨਿਆ ਗਿਆ ਮੈਨੂੰ ਜਦੋਂ ਇਹਦੇ 'ਤੇ ਯਕੀਨ ਹੋ ਗਿਆ ਕਿ ਭੁੰਨਿਆ ਗਿਆ ਵਾ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਾ ਦੂੰਗੀ ਆਲੂ ਜੀ। ਹੁਣ ਅਸੀਂ ਇਹਦੇ ਵਿੱਚ ਸੁੱਟ ਦਿੱਤੇ ਆਲੂ ਅਤੇ ਹੁਣ ਅਸੀਂ ਆਲੂ ਪਾ ਕੇ ਅੱਛੀ ਤਰ੍ਹਾਂ ਆਲੂਆਂ ਨੂੰ ਭੁੰਨ ਲਾਂਗੇ। ਅੱਧੇ ਕੁ ਪਚਦੇ ਆਲੂ ਮੇਰਾ ਖਿਆਲ ਆ ਅੱਧੀ ਪਚਦੀ ਸਬਜ਼ੀ ਮੇਰੀ ਭੁੰਨਦੇ ਹੋਏ ਹੀ ਗਲ ਜਾਂਦੀ ਆ ਕਿਉਂਕਿ ਮੈਨੂੰ ਇੰਨੇ ਅੱਛੇ ਤਰੀਕੇ ਨਾਲ ਫਰਾਈ ਕਰ ਲੈਂਦੀ ਹਾਂ ਜਾਂ ਇਹਨੂੰ ਬਣਾ ਲੈਂਦੀ ਹਾਂ ਅਤੇ ਉਹ ਤਕਰੀਬਨ ਅੱਧੀ ਕੁ ਗਲ ਜਾਂਦੀ ਹੈ ਇੱਦਾਂ ਹੀ ਭੁੰਨਦੇ ਹੋਏ। ਅਤੇ ਜਿਹੜੀ ਥੋੜ੍ਹੀ ਬਹੁਤੀ ਰਹਿ ਜਾਂਦੀ ਆ ਉਹ ਪਾਣੀ ਦੇ ਵਿੱਚ ਪਾ ਕੇ ਥੋੜ੍ਹਾ ਜਿਹਾ ਛੱਟਾ ਦੇ ਕੇ ਅਤੇ ਫਿਰ ਗਲ ਜਾਂਦੀ ਹੈ। ਤੁਸੀਂ ਦੇਖ ਰਹੇ ਹੋ ਕਿ ਮੈਨੂੰ ਤਕਰੀਬਨ 2-3 ਮਿੰਟ ਹੋ ਚੁੱਕੇ ਆ ਆਲੂ ਭੁੰਨਦੇ ਹੋਏ। ਦੇਖ ਲਓ ਆਲੂ ਕਿੰਨੀ ਅੱਛੀ ਤਰ੍ਹਾਂ ਭੁੰਨ ਗਏ ਤਕਰੀਬਨ ਅੱਧੇ ਪਚਦੇ ਗਲ ਚੁੱਕੇ ਆ। ਅਤੇ ਹੁਣ ਇਹਦੇ ਵਿੱਚ ਮੈਂ ਪਾ ਦਊਂਗੀ ਪਾਣੀ ਅਤੇ ਫਿਰ ਪਾਣੀ ਪਾ ਕੇ ਵੀ ਇਹਨੂੰ ਥੋੜ੍ਹਾ ਜਿਹਾ ਪਕਾ ਲਊਂਗੀ ਯਾਨੀ ਕਿ ਪਾਣੀ ਦਾ ਛੱਟਾ ਦੇ ਕੇ। ਅਤੇ ਜਦੋਂ ਆਲੂਆਂ ਨੇ ਫਿਰ ਪਾਣੀ ਖੁਸ਼ਕ ਹੋ ਗਿਆ ਅਤੇ ਘੀ ਛੱਡ ਦਿੱਤਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮੈਂ ਪਾ ਦੇਣਾ ਵਾ ਪਾਣੀ ਪਾ ਕੇ ਇਹਨਾਂ ਨੂੰ ਥੋੜ੍ਹਾ ਜਿਹਾ ਗਲਾ ਲੈਣਾ। ਤੁਸੀਂ ਦੇਖ ਰਹੇ ਹੋ ਕਿ ਆਲੂ ਅੱਛੀ ਤਰ੍ਹਾਂ ਕਿੱਦਾਂ ਪੱਕ ਰਹੇ ਹੈ। ਆਹ ਦੇਖੋ ਜੀ ਮੈਂ ਹੁਣ ਪਾ ਦਿੱਤਾ ਪਾਣੀ ਅਤੇ ਪਾਣੀ ਪਾ ਕੇ ਆਲੂ ਗਲਾ ਲਿਆ ਅਤੇ ਆਲੂ ਹੁਣ ਇਹਦੇ 'ਚ ਸੁੱਟ ਦਿੱਤੇ ਆਂਡੇ। ਇੱਥੋਂ ਮੈਂ ਥੋੜ੍ਹੀ ਵੀਡੀਓ ਤੇਜ਼ ਚਲਾਈ ਸੀ ਕਿਉਂਕਿ ਆਲੂ ਮੇਰੇ ਤਕਰੀਬਨ ਗਲ ਚੁੱਕੇ ਸੀ ਅਤੇ ਮੈਂ ਥੋੜ੍ਹਾ ਜਿਹਾ ਪਾਣੀ ਪਾ ਕੇ ਹੀ ਇਹਨਾਂ ਨੂੰ ਗਲਾਇਆ ਅਤੇ ਅੰਡੇ ਮੈਂ ਵੀ ਪਾ ਦਿੱਤੇ ਆ। ਦੇਖੋ ਮੈਂ ਦੁਪੱਟਾ ਦਿੱਤਾ ਢੱਕਣ ਤਾਂ ਕਿ ਅੰਡੇ ਥੋੜ੍ਹੇ ਜਿਹੇ ਹੋ ਜਾਣ ਪੱਕ ਜਾਣ। ਅਤੇ ਹੁਣ ਇਹਦੇ ਵਿੱਚ ਪਾ ਦਿੱਤਾ ਵਾ ਧਨੀਆ ਅਤੇ ਜ਼ੀਰਾ ਪਾਊਡਰ ਅਤੇ ਖੁਸ਼ਕ ਧਨੀਆ ਵੀ ਪਾ ਦਿੱਤਾ। ਅਤੇ ਤੁਸੀਂ ਦੇਖ ਰਹੇ ਹੋ ਹਾਲੇ ਚੱਲ ਰਿਹਾ ਅਤੇ ਆਹ ਦੇ ਲਾਸਟ ਸੀਨ ਦੇਖ ਰਹੇ ਹੋ। ਅੱਲਾ ਹਾਫਿਜ਼।